जी, अस्सलाम वालेकुम वरहमतुल्लाह। आप देख रहे हैं मेरा चैनल द ब्यूटी ऑफ पाकिस्तान 99। मैं आपका होस्ट अब्दुल वाहद ख़ान, साथी दोस्त मोहम्मद सुहेल चुराई के साथ आज एक नई जगह, नई रूहानी शख्सियत अल्लाह वालों के दर पर आज हम मौजूद हैं। दरबार शरीफ हज़रत बाबा सैयद चिराग शाह वली, हज़रत बाबा सैयद शेर शाह वली सरकार। आपका दरबार शरीफ वाक़या इकबाल पार्क और शाही किला के दामन में आपका मज़ार शरीफ वाक़या है। हमारे साथ एक दोस्त हैं चौधरी वहीद। आइए चलिए उनसे गुफ्तगू करते हैं और बुज़ुर्गों के बारे में उनसे कुछ मालूमात लेते हैं। अस्सलाम वालेकुम। वालेकुम सलाम। वहीद भाई खैरियत है? बहुत बहुत मेहरबान हरियत से ठीक है ਤੁਹਾਡੀ? अल्लाह का शुक्र भाएं जी करम मालक का। ਮਾਸ਼ਾਅੱਲਾ ਤੁਹਾਡੇ ਟਾਈਮ ਦੇਣ ਦਾ ਵੀ ਸ਼ੁਕਰੀਆ। नहीं कोई गल नहीं। ਵਹੀਦ ਭਾਈ ਸਾਨੂੰ ਜ਼ਰਾ ਦੱਸੋਗੇ ਬਜ਼ੁਰਗਾਂ ਦੇ ਬਾਰੇ ਚ, ਬਾਬਾ ਚਿਰਾਗ ਸ਼ਾਹ ਵਲੀ ਦੇ ਬਾਰੇ ਚ ਪਹਿਲੇ ਦੱਸਣਾ। ਸ਼ਾਹ ਵਲੀ ਕੋਈ 150 ਸਾਲ ਹੋ ਗਿਆ ਜਿਹੜੇ ਆਏ ਨੇ, ਉਹਨਾਂ ਨੇ ਆ ਕੇ ਜਰਾ ਦੱਸਿਆ ਸੀ ਇੱਥੇ ਦਰਬਾਰ ਇਹ ਆ ਹਜ਼ਰਤ ਬਾਬਾ ਸ਼ੇਰ ਸ਼ਾਹ ਵਲੀ ਦਾ, ਜਿਹਦੇ ਤੇ ਆ ਕੇ ਉਹਨਾਂ ਨੇ ਸਾਰਾ ਲੋਕਾਂ ਨੂੰ ਗਾਈਡ ਕੀਤਾ। ਫਿਰ ਆਪਣੇ ਕਰਮਾਤ ਦਹਾਏ ਉਸ ਟਾਈਮ ਤੇ ਅੱਜ ਤੋਂ 100 ਸਾਲ ਪਹਿਲੇ ਗੂੰਗੇ ਪਹਿਲਵਾਨ ਦੀ ਕੁਸ਼ਤੀ ਹੋਈ ਸੀ ਇੱਥੇ ਮਿੰਟੋ ਪਾਰਕ ਖਾੜੇ ਦੇ ਵਿੱਚ। ਤੇ ਜਿਹਦੇ ਤੇ ਉਹਨਾਂ ਦਾ ਵਾਲਦ ਆਇਆ ਮਾਮ ਬਖਸ਼ ਭਲਵਾਨ ਦਾ, ਉਹਨੇ ਕਿਹਾ ਜੀ ਮੇਰਾ ਬੇਟਾ ਕੁਸ਼ਤੀ ਘੁਲਦਾ ਪਿਆ, ਲਿਹਾਜ਼ਾ ਉਹਨੂੰ ਉਠਾਉਣਾ ਚਾਹੀਦਾ। ਜਿੱਤਣਾ ਚਾਹੀਦਾ ਉਹ ਕਹਿੰਦੇ ਆ ਬਾਬਾ ਚਿਰਾਗ ਸ਼ਾਹ ਕੋ ਆਏ। ਚਿਰਾਗ ਸ਼ਾਹ ਵਲੀ ਕੋਲ ਉਹਨਾਂ ਨੇ ਕਿਹਾ ਵੀ ਅੱਛਾ ਚਲੋ ਉਠਾ ਲਏਗਾ, ਲੇਕਿਨ ਤੁਸੀਂ ਕੀ ਕਰੋਗੇ? ਉਹਨਾਂ ਨੇ ਕਿਹਾ ਜੀ ਜੋ ਤੁਸੀਂ ਹੁਕਮ ਕਰੋ। ਉਹਨਾਂ ਨੇ ਕਿਹਾ ਫਿਰ ਸਾਨੂੰ ਕਹਿੰਦੇ ਛੋਟੀ ਜੀ ਮਸਜਿਦ ਬਣਾ ਦੇਣਾ, ਜਿਹਦੀ ਇਹ ਮਸਜਿਦ ਉਹਨੇ ਮਾਂ ਬਖਸ਼ ਭਲਵਾਨ ਦੇ ਵੱਲ ਬਣਾਈ ਸੀ। ਕਿੰਨਾ ਕਰਸਾ ਹੋ ਗਿਆ ਇਸ ਮਸਜਿਦ ਨੂੰ? ਕੋਈ 100 ਸਾਲ ਹੋ ਗਿਆ ਇਸ ਗੱਲ ਨੂੰ, ਇੱਕ ਸਦੀ ਹੋ ਗਈ ਹੈ। ਲਿਹਾਜ਼ਾ ਫਿਰ ਦੁਬਾਰਾ ਸ਼ਹੀਦ ਕਰਕੇ ਦੁਬਾਰਾ ਬਣਾਈ ਗਈ ਸੀ। ਠੀਕ ਹੋ ਗਿਆ ਜੀ। ਉਹ ਚਿਲਾਗਾ ਸੀ ਚਿਰਾਗ ਸ਼ਾਹ ਵਲੀ ਦੀ, ਜਿੱਥੇ ਬੈਠ ਕੇ ਇਬਾਦਤ ਕਰਦੇ ਹੁੰਦੇ ਸੀ। ਉਹਦੇ ਵਿੱਚ ਜਾਂ ਨਮਾਜ਼ ਕੋਈ ਆਵੇ, ਕੁਰਾਨ ਪਾਕ ਪੜ੍ਹੇ, ਕਾਰੇ ਸਵਾਬ, ਐਸ ਹੁੰਦਾ ਮਾਮਲਾ। ਅੱਛਾ, ਇਹ ਚਿਰਾਗ ਸ਼ਾਹ ਵਲੀ ਜਿਹੜੇ ਨੇ ਇਹ ਖਾਦਮ ਸਨ ਬਾਬਾ ਸ਼ੇਰ ਸ਼ਾਹ ਵਲੀ ਦੇ? ਇਹਨਾਂ ਨੇ ਆ ਕੇ ਲੋਕਾਂ ਨੂੰ ਗਾਈਡ ਕੀਤਾ ਸੀ। ਇਹ ਸ਼ੇਰ ਸ਼ਾਹ ਵਲੀ ਕੋਈ 400 ਸਾਲ ਹੋ ਗਿਆ ਇੱਥੇ ਇਹਨਾਂ ਦਾ ਦਰਬਾਰ ਹੈ। ਇਹ ਇੰਡੀਆ ਦੇ ਵਿੱਚੋਂ ਆਇਆ ਸੀ, ਕੋਈ ਸ਼ਹਜ਼ਾਦਾ ਸੀ ਜਿਹੜਾ ਸਭ ਕੁਝ ਛੱਡ ਛਡਾ ਕੇ ਇੱਥੇ ਦਰਿਆ ਚੱਲਦਾ ਹੁੰਦਾ ਸੀ। ਸ਼ਾਹੀ ਕਿਲੇ ਤੋਂ ਪਹਿਲੇ, ਸ਼ਾਹੀ ਕਿਲਾ ਵੀ ਬਾਅਦ ਦੇ ਵਿੱਚ ਹੀ ਬਣਿਆ ਸੀ। ਉਹਨਾਂ ਨੇ ਆ ਕੇ ਇੱਥੇ ਡੇਰਾ ਲਾਇਆ, ਜਿਹੜਾ ਫਿਰ ਉਹਨਾਂ ਦਾ ਮਜ਼ਾਰ ਇੱਥੇ ਬਣਾ ਦਿੱਤਾ ਗਿਆ। ਅੱਛਾ, ਸ਼ੇਰ ਸ਼ਾਹ ਵਲੀ ਸਰਕਾਰ ਸ਼ਹਿਜ਼ਾਦੇ ਸਨ, ਇੰਡੀਆ ਚੋਂ ਆਏ ਨੇ? ਇੰਡੀਆ ਦੇ ਚੋਂ ਆਏ ਸੀ ਮਾਸ਼ਾਅੱਲਾ। ਉਹ ਫਿਰ ਇਸ ਤਰ੍ਹਾਂ ਚਿਰਾਗ ਸ਼ਾਹ ਵਲੀ ਨੇ ਦੱਸਿਆ। ਉਸ ਤੋਂ ਬਾਅਦ ਚਿਰਾਗ ਸ਼ਾਹ ਵਲੀ ਤੋਂ ਬਾਅਦ ਫਿਰ ਆ ਗਿਆ ਬਾਬਾ ਜੱਲਾ ਸਾਈਂ, ਜਿਨ੍ਹਾਂ ਦੇ ਕਾਫੀ ਮਰੀਜ਼ ਸੀ। ਉਹ ਮਿਰਚਾਂ ਸੁਣਨ ਦੇ ਵਿੱਚ ਆ ਮਿਰਚਾਂ ਘੋਟ ਕੇ ਪੀਂਦੇ ਹੁੰਦੇ ਸੀ। ਸਾਬਤ ਲਾਲ ਮਿਰਚ ਜਿਹੜੀ ਸਾਬਤ ਲਾਲ ਮਿਰਚ ਘੋਟ ਕੇ ਪੀਂਦੇ ਹੁੰਦੇ ਸੀ। ਤੇ ਇਸ ਤਰੀਕੇ ਨਾਲ ਚੱਲਦਾ ਰਿਹਾ ਸਿਸਟਮ। ਉਸ ਤੋਂ ਬਾਅਦ ਫਿਰ ਕਈ ਆਏ, ਕਈ ਗਏ। ਅੱਜ ਅਸੀਂ ਕੋਈ ਸੇਵਾ ਕਰੀ ਦੀ ਹੈ, ਜੋ ਵੀ ਹੁੰਦੀ ਹੈ ਦਰਬਾਰ ਦੀ। ਇੱਥੇ ਕੋਈ ਇਫਤਾਰੀ ਦਾ ਇhtਮਾਮ ਵੀ ਹੁੰਦਾ? ਹਾਂ, ਇੱਥੇ ਰੋਜ਼ ਦੀ ਕੋਈ 250-300 ਬੰਦਾ ਰੋਜ਼ ਹੀ ਰੋਜ਼ਾ ਖੋਲ੍ਹਦਾ। ਉਹ ਇhtਮਾਮ ਕੌਣ ਚੰਦਾ ਕਰਦੇ? ਨਹੀਂ, ਉਹ ਮੈਂ ਖੁਦ ਆਪਣੇ ਕੋਲੋਂ, ਔਰ ਭਾਈ ਹੈ ਮੇਰਾ ਜਿਹੜਾ ਨਾਲ ਮਿਲ ਕੇ। ਮਾਸ਼ਾਅੱਲਾ, ਸੁਭਾਨ ਅੱਲਾ। ਜੀ ਹਾਂ ਜੀ। ਇਹ ਕਿੰਨੇ ਸਾਲਾਂ ਤੋਂ ਇਹ ਸਿਲਸਿਲਾ ਜਾਰੀ ਹੈ? ਇਹ ਕੋਈ 30-34 ਸਾਲ ਹੈ ਜਿਹੜਾ ਅਸੀਂ ਹਰ ਸਾਲ ਇੱਥੇ ਰਫਤਾਰੀ ਦਾ ਅਰੇਂਜਮੈਂਟ ਕਰੀਦਾ। ਕੋਈ 200-300-400 ਬੰਦਾ। ਜੁਮੇਰਾਤ ਨੂੰ ਜਿਹੜਾ ਜ਼ਿਆਦਾ ਹੋ ਜਾਂਦੇ ਨੇ, ਇਸ ਕਰਕੇ ਜੁਮੇਰਾਤ ਹੁੰਦੀ ਏ, ਸਲਾਮ ਕਰਨ ਨਾਲ ਵੀ ਲੋਕ ਆ ਜਾਂਦੇ ਨੇ। ਉਸ ਵਜ੍ਹਾ ਕਰਕੇ ਫਿਰ ਰਸ਼ ਹੋ ਜਾਂਦਾ ਰਫਤਾਰੀ 'ਤੇ ਵੀ। ਉਸ ਹਿਸਾਬ ਨਾਲ ਹੀ ਅਸੀਂ ਇੰਤਜ਼ਾਮ ਕਰ ਲਈਦਾ। ਵਹੀਦ ਭਾਈ, ਇਹ ਕੋਈ ਮੇਰੇ ਇਲਮ ਦੇ ਮੁਤਾਬਕ 2-3 ਮਰਤਬਾ ਇਹਦਾ ਕੰਮ ਹੋ ਗਿਆ। ਪਹਿਲੇ ਇਹ ਜਾਲੀਆਂ ਦੀ ਡਿਜ਼ਾਈਨਿੰਗ ਹੋਰ ਸੀ। ਜਿਹੜਾ ਕੰਮ ਹੈ ਸਾਰਾ ਮੈਂ ਆਪਣੀ ਜੇਬ ਵਿੱਚੋਂ ਹੀ ਕਰਾਇਆ। ਇਹ ਵੀ ਤੁਸੀਂ ਕਰਾਇਆ? ਆਇਆ ਮੈਂ ਕਰਾਇਆ ਸਾਰਾ। ਹਾਂ, ਤਕਰੀਬਨ ਹੈ ਜੋ ਵੀ ਜਾਲੀਆਂ ਸ਼ਾਲੀਆਂ। ਦਰਬਾਰ ਸੀ ਛੋਟੇ। ਇੱਕ ਬਜ਼ੁਰਗ ਆਏ, ਉਹਨਾਂ ਨੇ ਕਿਹਾ ਜੀ ਇਹ ਸਰਕਾਰ ਦੇ ਜਿਸਲੇ ਅੰਦਰ ਵੜਦੇ ਨੇ ਨਾ, ਤੇ ਉਹ ਉਹਨਾਂ ਦੇ ਕਦਮਾਂ ਤੇ ਆ ਕੇ ਖਲੋ ਜਾਂਦੇ। ਅੱਛਾ, ਬੇਅਦਬੀ ਹੁੰਦੀ ਹੈ, ਯਾਨੀ ਕਿ ਨੀਵੇਂ ਨੇ ਮਜ਼ਾਰ ਤੇ ਕਦਮ ਬਰਾਬਰ ਆ ਜਾਂਦੇ? ਹਾਂ ਜੀ। ਉਹ ਫਿਰ ਇਸ ਕਰਕੇ ਮੈਂ ਕੋਈ ਉੱਚਾ ਕਰਾ ਦਿੱਤਾ। ਇਹ ਹਾਲੀ ਸ਼ੀਸ਼ਾ ਲੱਗਣਾ ਉੱਥੇ, ਇੱਥੇ ਸਟੀਲ ਦਾ ਪੈਪ ਲੱਗਣਾ ਚਾਰੇ ਪਾਸ, ਤੇ ਸਟੀਲ ਪੱਥਰ ਲੱਗ ਗਿਆ। ਤੇ ਉਹ ਵੀ ਇੰਤਜ਼ਾਮ ਹੋ ਜਾਏਗਾ ਇਨਸ਼ਾਅੱਲਾ ਤਾਲਾ ਅਨ ਕਰੀਬ ਹੀ। ਇਹ ਰੋਜ਼ਿਆਂ ਬਾਅਦ ਇਹ ਵੀ ਸ਼ੁਰੂ ਕਰ ਦੇਣਾ ਸੀ, ਬਣਵਾ ਦੇਣਾ। ਸਾਡਾ ਤੇ ਇਹਦੇ ਵਿੱਚ ਸੀ ਨਾ ਕਿਸੇ ਕੋਲੋਂ ਚੰਦਾ
ਲਿੱਤਾ ਹੈ, ਨਾ ਹੀ ਲੈਣ ਲਈ ਤਿਆਰ ਆ। ਇਹ ਤੇ ਅੱਲਾ ਦੀ ਮਿਹਰਬਾਨੀ ਹੈ ਨਾ, ਇਹਨਾਂ ਅੱਲਾ ਰਾਜ਼ੀ ਕੀਤਾ ਹੈ ਤੇ ਅੱਲਾ ਨੇ ਆਪਣੇ ਬੰਦੇ ਜਿਹੜੇ ਨੇ ਚੁਣੇ ਹੋਏ ਨੇ ਕੰਮ ਵਾਸਤੇ। ਬਿਲਕੁਲ ਐਸੇ ਤਰ੍ਹਾਂ ਹੀ ਹੈ ਜੀ। ਵਹੀਦ ਭਾਈ ਤੁਸੀਂ ਇੱਥੇ ਬੈਠਦੇ ਜੇ, ਅੱਲਾ ਵਾਲਿਆਂ ਦੀ ਦਰਗਾਹ ਤੇ ਬੜਾ ਸਕੂਨ ਹੈ। ਕੋਈ ਵਾਕਿਆ ਤੁਸੀਂ ਜਿਹੜਾ ਤੁਹਾਡੀ ਕੋਈ ਜ਼ਿੰਦਗੀ 'ਚ ਐਸਾ ਵਾਕਿਆ ਹੋਵੇ, ਕੋਈ ਦੱਸਣਾ ਚਾਹੋ, ਤੁਸੀਂ ਸ਼ੇਅਰ ਕਰਨਾ ਚਾਹੋ ਸਾਡੇ ਚੈਨਲ ਦੇ ਤਵੱਸਲ ਦੇ ਜ਼ਰੀਏ ਕੋਈ? ਇਹ ਹੈ ਸਕੂਨ, ਇਹ ਹੈ ਕਿਸੇ ਦੀ ਗਿਰਬਤ ਕਰਨ ਤੋਂ ਬੰਦਾ ਆ ਕੇ ਇੱਥੇ ਬੈਠ ਜਾਵੇ, ਇਬਾਦਤ ਕਰੇ, ਉਹੀ ਸਕੂਨ ਹੈ। ਹਾਂ, ਦੇਣ ਵਾਲੀ ਜ਼ਾਤ ਤੇ ਸਿਰਫ ਉਹ ਮਾਲ ਅੱਲਾ ਦੀ ਹੈ, ਲੇਕਿਨ ਇਹ ਵਸੀਲਾ ਨੇ। ਜੇਕਰ ਇਸੀ ਬਾਜ਼ੇ ਟਾਈਮ ਕਈ ਲੋਕ ਪੁੱਛ ਰਹੇ ਨੇ ਜੀ ਉਹ ਸ਼ਿਰਕ ਕੀ ਹੁੰਦਾ? ਸ਼ਿਰਕ ਦੇ ਮੁਤਲਕ ਜੀ ਆਈਏ ਤੇ ਉਹ ਇਹੀ ਹੈ, ਜਿਹੜੇ ਅਸੀਂ ਆ ਕੇ ਬਾਜ਼ੇ ਟਾਈਮ ਕਈ ਲੋਕ ਹੁਰਮਤੀ ਕਰ ਜਾਂਦੇ ਨੇ ਜੀ, ਬਾਬਾ ਜੀ ਦਿਓ ਤੁਸੀਂ। ਹਾਂਜੀ ਵਹੀਦ ਭਾਈ, ਮੈਂ ਮਾਜ਼ਰਾ ਚਾਹਨਾ, ਗੱਲ ਕੱਟਣ ਲੱਗਾ ਵਾਂ। ਤੁਸੀਂ ਇੱਕ ਆਸ਼ਿਕ ਜੇ, ਅਕੀਦਤ ਵਾਲੇ ਜੇ, ਮੈਂ ਤੁਹਾਡੀ ਗੁਫ਼ਤਗੂ ਵੀ ਸੁਣ ਰਿਹਾ। ਇੱਥੇ ਜਿਹੜਾ ਸਕੂਨ ਹੈ ਨਾ, ਉਹ ਕਿਧਰੇ ਨਹੀਂ ਆ। ਇਹ ਜਿਹੜਾ ਝੁਕਣਾ, ਸਜਦੇ ਕਰਨੇ, ਇਹਦੇ ਬਾਰੇ 'ਚ ਕੀ ਕਹੋਗੇ? ਇਹਦੇ ਬਾਰੇ ਮੈਂ ਨਹੀਂ ਮੁਨਾਸਬ ਸਮਝਦਾ। ਸਜਦਾ ਜਿਹੜਾ ਉਹ ਸਿਰਫ ਇੱਕੋ ਹੀ ਉਹ ਸੁਭਾਨ ਅੱਲਾ, ਅੱਲਾ ਦੀ ਜ਼ਾਤ ਨੂੰ ਵੇ, ਅੱਲਾ ਖੈਰ ਫਰਮਾਏ। ਔਰ ਉਹਨੂੰ ਹੀ ਕਰਨਾ ਚਾਹੀਦਾ। ਮਾਸ਼ਾਅੱਲਾ, ਦੇਣਾ ਵੀ ਉਹਨੇ ਵੇ, ਮੈਨੂੰ ਦੁਨੀਆ ਤੇ ਵੀ ਉਹਨੇ ਘੱਲਿਆ, ਲਿਜਾਣਾ ਵੀ ਉਹਨੇ ਵੇ। ਉਹ ਕੋਈ ਟਾਈਮ ਮੁਕਰਰ ਨਹੀਂ, ਜਿਸ ਲਈ ਜਾਣਾ ਉਹਨੇ ਬੁਲਾਣਾ, ਬੁਲਾਵਾ ਆ ਜਾਣਾ, ਫਿਰ ਕੋਈ ਰੋਕ ਨਹੀਂ ਸਕਦਾ। ਜਿਸ ਜੀ ਨਹੀਂ ਆਣਾ ਉਹਨੂੰ ਕੋਈ ਆਂਦਿਆਂ ਰੋਕ ਨਹੀਂ ਸਕਦਾ। ਵਹੀਦ ਭਾਈ ਆਖਰੀ ਅਰਜ਼ ਹੈ, ਸਾਡੇ ਚੈਨਲ ਦੇ ਥਰੂ ਕੋਈ ਅੱਛਾ ਪੈਗਾਮ ਚਲਾ ਜਾਏਗਾ। ਜਿਹੜੇ ਲੋਕ ਅੱਲਾ ਵਾਲਿਆਂ ਨਾਲ ਅਕੀਦਤ ਰੱਖਦੇ ਆ, ਦਰਬਾਰਾਂ ਨਾਲ ਮੁਹੱਬਤ ਰੱਖਦੇ ਆ, ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਉਹਨਾਂ ਨੂੰ? ਕਿਸ ਅਕੀਦਤ ਨਾਲ ਤੇ ਕਿਸ ਤਰ੍ਹਾਂ ਆਉਣਾ ਚਾਹੀਦਾ? ਸਾਹਿਬੇ ਮਜ਼ਾਰ ਕੋਲ ਕਿਸ ਤਰ੍ਹਾਂ ਆਉਣਾ ਚਾਹੀਦਾ? ਜੇ ਅਗਰ ਮੇਰਾ ਦਿਲ ਲੈਣਾ ਚਾਹੁੰਦੀ ਹੋ ਇੱਕ, ਤੇ ਮੈਂ ਕਹਿਣਾ ਚਾਹੁੰਦਾ ਜਿਸ ਲਈ ਆਓ ਤੁਸੀਂ ਸਲਾਮ ਅਰਜ਼ ਕਰੋ, ਲੇਕਿਨ ਜੋ ਮੰਗਣਾ ਹੈ ਤੁਸੀਂ ਅਕੀਦਤ ਦੇ ਨਾਲ ਉਸ ਜ਼ਾਤ ਕੋਲੋਂ ਮੰਗੋ। ਇਹਨਾਂ ਨੂੰ ਵਸੀਲਾ ਬਣਾਉਣਾ, ਇਹਨਾਂ ਨੂੰ ਵਸੀਲਾ ਬਣਾ ਲਓ। ਜਿਸ ਲਈ ਫਿਰ ਤੁਸੀਂ ਆਓਗੇ, ਇਹ ਵੀ ਕੁਛ ਨਾ ਕੁਛ ਫਿਰ ਮਾਲਕ ਨੂੰ ਕਹਿਣਗੇ, ਅੱਲਾ ਦੇਖ ਖਾਲੀ ਨਾ ਜਾਵੇ, ਮੇਰੇ ਦਰ ਤੇ ਆ ਹੀ ਗਿਆ ਡਿਗਰਾ ਢਹਿੰਦਾ ਤੇ, ਲੇਕਿਨ ਤੂੰ ਫਿਰ ਦੇਖ ਲੈ ਜੋ ਵੀ ਕਰਨਾ ਹੈ। ਦੇਣਾ ਸਾਨੂੰ ਉਸ ਮਾਲਕ ਨੇ। ਜੇ ਅਸੀਂ ਕਹੀਏ ਜੀ ਇਹ ਫਲਾਣਾ ਪੀਰ, ਜਿਸ ਲਈ ਸਭ ਤੋਂ ਵੱਡਾ ਸ਼ਿਰਕ ਹੈ ਵੇ, ਜਿਸ ਲਈ ਅਸੀਂ ਕੋਈ ਕਈਆਂ ਪੀਰਾਂ ਕੋਲ ਜਾਂਦੀਆਂ, ਜਾ ਕੇ ਉਹਨਾਂ ਦੇ ਗੋਡੇ ਪੈਰਾਂ ਨੂੰ ਹੱਥ ਲਾਉਂਦੀਆਂ, ਪੈਰ ਚੁੰਮਦੀਆਂ, ਸਭ ਤੋਂ ਵੱਡਾ ਸ਼ਿਰਕ ਹੈ ਵੇ। ਅਗਰ ਇਹੀ ਸੀ ਰੋ ਕੇ ਗਿੜਗੜਾ ਕੇ ਅੱਲਾ ਦੀ ਜ਼ਾਤ ਕੋਲੋਂ ਮੰਗੀਏ ਨਾ, ਮੈਨੂੰ ਇਹ ਪਤਾ ਹੈ ਉਹ ਸਾਡੀ ਜ਼ਾਇਆ ਨਹੀਂ ਜਾਏਗੀ, ਉਹ ਮੋੜੇਗਾ ਨਹੀਂ। ਜਿੰਨਾ ਮਰਜ਼ੀ ਮੈਂ ਗੰਦਾ ਇਨਸਾਨ ਆ, ਉਹ ਸਾਡੀ ਗੱਲ ਨਹੀਂ ਮੋੜੇਗਾ, ਜਿਸ ਲਈ ਅਸੀਂ ਉਹਨੂੰ ਦਿਲੋਂ ਹੋ ਕੇ ਪੁਕਾਰਾਂਗੇ। ਬਹੁਤ ਸ਼ੁਕਰੀਆ ਵਹੀਦ ਭਾਈ। ਆਖਰੀ ਮਾਮਲਾ ਇਹ ਹੁੰਦਾ, ਉਹ ਕਹਿੰਦਾ ਤੂੰ ਮੇਰੇ ਕੋਲ ਆਇਆ ਭਾਵੇਂ ਆਖਰੀ ਪਲ ਤੇ ਆਇਆ, ਆਈ ਦਿਲੋਂ ਹੋ ਕੇ। ਜੇ ਦਿਲੋਂ ਹੋ ਕੇ ਨਹੀਂ ਆਣਾ ਤੇ ਫਿਰ ਕੁਛ ਵੀ ਨਹੀਂ, ਖਾਲੀ ਹੈ। ਤੇ ਇਹਦਾ ਕੀ ਮਾਮਲਾ? ਬਹੁਤ ਸ਼ੁਕਰੀਆ ਵਹੀਦ ਭਾਈ, ਮਾਸ਼ਾਅੱਲਾ। ਜਿੱਡੇ ਤੁਸੀਂ ਖੂਬਸੂਰਤ ਜੇ, ਐਡੀ ਖੂਬਸੂਰਤ ਤੁਸੀਂ ਗੁਫ਼ਤਗੂ ਕੀਤੀ। ਇਹ ਤੇ ਜੀ ਉਹ ਸਿਰਫ ਅੱਲਾ ਦੀ ਦੇਣ ਹੈ, ਜਿਹਨੂੰ ਅੱਲਾ ਦੀ ਜ਼ਾਤ ਹਦਾਇਤ ਦੇ ਰਵੇ। ਮੈਂ ਤੇ ਹੀ ਬੜਾ ਬੇਅਦਬ ਜਿਹਾ ਇਨਸਾਨ ਆ, ਲਿਹਾਜ਼ਾ ਉਹ ਮਾਲਕ ਹੈ ਜਿਹਨੂੰ ਅਤਾ ਕਰ ਦੇਵੇ। ਬਹੁਤ ਸ਼ੁਕਰੀਆ ਚੌਧਰੀ ਵਹੀਦ ਭਾਈ, ਬਹੁਤ ਸ਼ੁਕਰੀਆ। ਮਿਹਰਬਾਨੀ ਤੁਹਾਡੀ ਵੀ। ਤੇ ਕੋਈ ਸੋਮੋਂ ਬੈਠੋ, ਤੁਹਾਡਾ ਰੋਜ਼ਾ ਖੁਲਾ ਕੇ ਤੁਹਾਨੂੰ ਘੱਲਾਂਗੇ, ਕੋਈ ਗੱਲ ਨਹੀਂ। ਆਏ ਆ ਜੀ, ਪੈਰ ਨਾਲ 28ਵਾਂ ਰੋਜ਼ਾ ਹੋ ਗਿਆ, ਤੇ ਇਹ ਵੀ 2 ਦਿਨ ਹੈਗੇ ਨੇ। ਅੱਲਾ ਦੀ ਜ਼ਾਤ ਸਾਡੇ ਵਾਸਤੇ ਬਿਹਤਰੀ ਕਰੇ, ਮਾਲਕ ਸਾਡੇ ਮੁਲਕ ਵਾਸਤੇ ਵੀ ਬਿਹਤਰੀ ਕਰੇ। ਕੋਈ ਅੱਛਾ ਹੁਕਮਰਾਨ ਆਇਆ, ਕੋਈ ਵੀ ਆਇਆ, ਲੇਕਿਨ ਹੋਵੇ ਇਨਸਾਨ ਦਾ ਬੱਚਾ। ਉਹ ਨਹੀਂ ਹੋਣਾ ਚਾਹੀਦਾ ਜਿਹੜਾ ਲੁਟੇਰਿਆਂ ਦੇ। ਮੈਂ ਉਹ ਲਫ਼ਾਜ਼ ਨਹੀਂ ਕਹਿਣਾ ਚਾਹੁੰਦਾ ਜੋ ਮੇਰੇ ਦਿਲ 'ਚ ਨੇ। बस मेहरबानी ਤੁਹਾਡੀ भी बहुत बहुत शुक्रिया जी। वहीद भाई की आपने गुफ्तगू सुनी, जितने प्यारे, जितने खूबसूरत हैं और उतने ही खूबसूरत अंदाज था, सादा और ख़ूबसूरत अंदाज। आपने कहा कि शिरक नहीं करना, अल्लाह के बराबर किसी को नहीं ठहराना। औलिया अल्लाह सिफारिश का वसीला हैं। अल्लाह ताला के यहाँ हमारी जो गुजारिश है, जो दुख है, वो दर्द है,
جو درخواست ہے وہ پہنچانے کا ایک ذریعہ ہے. آپ عقیدت سے آئیں مگر شرک سے بچیں، جھکنے سے بچیں، چکر کاٹنے سے بچیں. اللہ کی بارگاہ میں عرض کریں، باوضو ہو کے آئیں، نوافل پڑھیں، دعا کریں. ہمیں، میری ٹیم کو، ساتھی دوست محمد سہیل چرائی کے ساتھ عبدالواحد خان کو چراغ شاہ ولی، شیر شاہ ولی دربار جو واقعہ ہے شاہی قلعہ اور اقبال پارک کے دامن میں، اجازت دیجیے گا. اپنا بہت سارا خیال رکھیے گا. یہ اللہ کریم کا بڑا احسان، اللہ تعالیٰ کا یہ کرم ہے. فخر محسوس ہوتا ہے جب کوئی اللہ والا اپنی بارگاہ میں ڈیوٹی کے لیے بلاتا ہے. اپنے بچوں کی اچھی تربیت کریں، انہیں حضور نبی کریم صلی اللہ علیہ وآلہ وسلم کے ساتھ محبت اور ان کی تعلیمات پر عمل کرنے کا طریقہ بتائیں. اولیاء اللہ نے کس طرح سے زندگی گزاری، ان کی کیا تعلیمات اور وہ کیا گفتگو، کیا پیغام دنیا میں چھوڑ کے گئے، ان پر عمل کرنے کا طریقہ بتائیں. اپنا بہت سارا خیال رکھیے گا، دعاؤں میں یاد رکھیے گا. اللہ حافظ.